हेलो स्टूडेंट ਆਪਾਂ ਜਿਹੜਾ ਨੈਟਵਰਕਿੰਗ ਟਰਮ ਯੂਜ਼ ਕਰਾਂਗੇ। ਨੈਟਵਰਕਿੰਗ ਟਰਮ ਜਿਹੜੀ ਬਿਜ਼ਨਸ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਨੈਟਵਰਕਿੰਗ ਜਿਹੜੀ ਹੈ ਕਿ ਜਦੋਂ ਵੀ ਆਪਾਂ ਕੋਈ ਪ੍ਰੋਜੈਕਟ ਦੀ ਪਲਾਨਿੰਗ ਕਰਦੇ ਹਾਂ ਨੈਟਵਰਕਿੰਗ ਯੂਜ਼ ਕੀਤੀ ਜਾਂਦੀ ਹੈ। ਨੈਟਵਰਕਿੰਗ ਜਿਹੜੀ ਯੂਜ਼ ਕੀਤੀ ਜਾਂਦੀ ਹੈ ਉਹ ਤੋਂ ਸਾਨੂੰ ਕਿ ਆਪਾਂ ਜਿਹੜੀਆਂ ਵੀ ਪ੍ਰੋਜੈਕਟ ਨੂੰ ਪਰਫੋਰਮ ਕਰਨ ਲੱਗੇ ਡਿਫਰੈਂਟ ਐਕਟੀਵਿਟੀਜ਼ ਕਰਦੇ ਹਾਂ ਉਹਨਾਂ ਵਿੱਚ ਇੱਕ ਇੰਟਰ ਰਿਲੇਸ਼ਨਸ ਬਣਾਉਣ ਵਿੱਚ ਹੈਲਪ ਕਰਦੀ ਹੈ। ਔਰ ਨੈਟਵਰਕਿੰਗ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਸਾਡੇ ਟੋਟਲ ਪ੍ਰੋਜੈਕਟ ਉੱਪਰ ਕਿੰਨੀ ਕੋਸਟ ਆਏਗੀ, ਕਿੰਨਾ ਟਾਈਮ ਲੱਗੇਗਾ। ਔਰ ਇਹ ਆਲਸੋ ਹੈਲਪ ਕਰਦੀ ਹੈ ਕਿ ਸਾਡੀ ਕਿਸੇ ਤਰ੍ਹਾਂ ਦੀ ਨੈਟਵਰਕਿੰਗ ਵਿੱਚ ਡਿਲੇ ਨਹੀਂ ਹੋਣਾ ਚਾਹੀਦਾ। ਔਰ ਠੀਕ ਹੈ, ਡਿਲੇ ਨਹੀਂ ਹੋਣਾ ਚਾਹੀਦਾ। ਔਰ ਜਿਹੜਾ ਆਈਡਲ ਰਿਸੋਰਸਿਸ ਹੈਗੇ ਆ ਉਹਦੇ ਉੱਪਰ ਕੰਟਰੋਲ ਕਰਨ ਵਿੱਚ ਹੈਲਪ ਕਰੇਗੀ। ਸੋ ਹੁਣ ਆਪਾਂ ਅੱਜ ਪੜ੍ਹਾਂਗੇ ਕਿ ਐਕਟੀਵਿਟੀ ਔਰ ਇਵੈਂਟਸ। ਐਕਟੀਵਿਟੀ ਔਰ ਇਵੈਂਟਸ ਜਿਹੜੇ ਹੁੰਦੇ ਆ, ਜਦੋਂ ਵੀ ਆਪਾਂ ਐਕਟੀਵਿਟੀਜ਼ ਇਵੈਂਟਸ ਲੈਣੇ ਉਹ ਕਿਸ ਤਰ੍ਹਾਂ ਲੈਣੇ ਆ। ਦੇਖੋ ਪਹਿਲੇ ਤਾਂ ਆਪਾਂ ਐਕਟੀਵਿਟੀ ਦੀ ਗੱਲ ਕਰਾਂਗੇ। ਐਕਟੀਵਿਟੀ ਦੋ ਟਰਮਸ ਆਪਾਂ ਯੂਜ਼ ਕਰਨੀ ਹੈ, ਇੱਕ ਐਕਟੀਵਿਟੀ ਔਰ ਇੱਕ ਯੂਜ਼ ਕਰਨਾ ਇਵੈਂਟ। ਸੋ ਆਪਾਂ ਅੱਜ ਪਹਿਲੇ ਐਕਟੀਵਿਟੀ ਦੀ ਗੱਲ ਕਰਾਂਗੇ। ਐਕਟੀਵਿਟੀ ਜਦੋਂ ਨੈਟਵਰਕਿੰਗ ਤੁਸੀਂ ਜਦੋਂ ਵੀ ਪ੍ਰੈਕਟੀਕਲ ਕੋਸ਼ਿਸ਼ ਕਰੋ ਕਿ ਐਕਟੀਵਿਟੀ ਕਿਸ ਤਰ੍ਹਾਂ ਡਰੋ ਕਰਨੀ। ਜੇ ਸਪੋਜ਼ ਮੰਨ ਲਓ ਆਪਾਂ ਇੱਕ ਸਟਾਰਟਿੰਗ ਪੁਆਇੰਟ ਸਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ। ਠੀਕ ਹੈ, ਸਟਾਰਟਿੰਗ ਪੁਆਇੰਟ ਨੂੰ ਲੈ ਕੇ ਚੱਲਾਂਗੇ, ਫਿਰ ਹੀ ਆਪਾਂ ਐਕਟੀਵਿਟੀ ਜਾਂ ਇਵੈਂਟਸ ਜਿਹੜੇ ਲੈ ਕੇ ਚੱਲਾਂਗੇ। ਉਹ ਐਕਟੀਵਿਟੀ ਜਦੋਂ ਵੀ ਲੈਣੀ ਹੈ, ਜਿਵੇਂ ਸਪੋਜ਼ ਮੰਨ ਲਓ ਐਕਟੀਵਿਟੀ ਸਟਾਰਟ ਹੋਈ ਹੈ, ਇੱਥੋਂ ਤੱਕ ਜਾ ਰਹੀ ਹੈ। ਕਹਿਣ ਦਾ ਮੀਨਸ ਕਿ ਐਕਟੀਵਿਟੀ ਜੇ ਆਪਾਂ ਇਹਨੂੰ ਮੰਨ ਕੇ ਇਹਦਾ ਨੇਮ ਦੇ ਰਹੀ ਐਕਟਿਵ, ਇਹ ਜਿਹੜਾ ਆਪਾਂ ਪਰਸਨ ਆਹ ਚੀਜ਼ ਜਿਹੜੀ ਲੈ ਰਹੀ ਹੈ ਇਹਨੂੰ ਆਪਾਂ ਐਕਟੀਵਿਟੀ ਕਹਿਣਾ। ਸੋ ਇਹਨੂੰ ਆਪਾਂ ਕੀ ਦੇਣਾ, ਜੇ ਸਪੋਜ਼ ਮੈਂ ਆਪਾਂ ਇਹਨੂੰ ਨਾਮ ਦੇ ਦਿੰਦੇ ਐਕਟੀਵਿਟੀ। ਮੀਨਸ ਕਿ ਇਹ ਜਿਹੜੀ ਐਕਟੀਵਿਟੀ ਹੈ ਇਹ ਐਕਟੀਵਿਟੀ ਹੈ। ਇਹ ਜਿਹੜੇ ਆਪਾਂ ਸਰਕਲ ਡਰਾ ਕੀਤੇ ਆ ਇਹਨਾਂ ਨੂੰ ਆਪਾਂ ਨਾਮ ਦੇ ਦਈਏ 1 ਤੋਂ 2। ਮੀਨਸ ਕਿ ਜਿਹੜੀ ਆਪਾਂ ਐਕਟੀਵਿਟੀ ਪਰਫੋਰਮ ਕੀਤੀ ਹੈ 1 ਤੋਂ 2 ਪਰਫੋਰਮ ਕੀਤੀ ਹੈ। ਠੀਕ ਹੈ, ਇਹ ਜਿਹੜੀ ਲਾਈਨ ਜਾ ਰਹੀ ਹੈ ਐਕਟੀਵਿਟੀ। ਐਕਟੀਵਿਟੀ ਜਿਹੜੀ ਸਾਡੀ ਇਹ ਜਾ ਰਹੀ ਹੈ 1 ਤੋਂ 2। ਠੀਕ ਹੈ, ਔਰ ਇਹ ਐਕਟੀਵਿਟੀ ਹੋ ਗਈ। ਐਕਟੀਵਿਟੀ ਜਦੋਂ ਵੀ ਡਰਾ ਕਰਨੀ ਹੈ, ਜਿਵੇਂ ਸਪੋਜ਼ ਮੰਨ ਲਓ ਆਪਾਂ ਫੋਰ ਐਗਜ਼ਾਮਪਲ ਲੈ ਕੇ ਚੱਲੀਏ, ਆਪਾਂ ਕੋਈ ਐਕਟੀਵਿਟੀ ਆਪਾਂ ਡਰਾ ਕਰਨੀ ਹੈ। ਠੀਕ ਹੈ, ਐਕਟੀਵਿਟੀ ਜਿਵੇਂ ਡਰਾ ਕਰਨੀ ਹੈ, ਜਿਵੇਂ ਸਪੋਜ਼ ਮੰਨ ਲਓ ਆਪਾਂ ਐਕਟੀਵਿਟੀ ਡਰਾ ਕਰਨੀ ਆ, ਐਕਟੀਵਿਟੀ ਡਰਾ ਕਰਨੀ ਆ A to A B C ਐਕਟੀਵਿਟੀ ਡਰਾ ਕਰਨੀ ਹੈ। ਠੀਕ ਹੈ, A B C ਐਕਟੀਵਿਟੀ ਲੈਣੀ ਹੈ। ਔਰ ਜਿਹੜੀ A B C ਐਕਟੀਵਿਟੀ ਲੈਣੀ ਹੈ, A ਤੋਂ ਜਿਹੜੀ ਐਕਟੀਵਿਟੀ ਸਾਡੀ ਜਿਹੜੀ ਹੋਏਗੀ ਉਹ ਐਕਟੀਵਿਟੀ ਆਏਗੀ D। ਠੀਕ ਹੈ, B ਤੋਂ ਜਿਹੜੀ ਸਾਡੀ ਐਕਟੀਵਿਟੀ ਆਏਗੀ ਉਹ ਆਏਗੀ E, ਅਤੇ ਜਿਹੜੀ ਇੱਕ ਐਕਟੀਵਿਟੀ ਆਏਗੀ C ਤੋਂ ਜਿਹੜੀ ਆਪਾਂ ਐਕਟੀਵਿਟੀ ਲੈ ਕੇ ਚੱਲਾਂਗੇ G। ਹੁਣ ਦੇਖੋ ਇਹ ਐਕਟੀਵਿਟੀਜ਼ ਆਪਾਂ ਡਰਾ ਕਰਨੀਆਂ। ਪਹਿਲੇ ਸਾਡੀਆਂ ਜਿਹੜੀਆਂ ਐਕਟੀਵਿਟੀ ਸਟਾਰਟ ਹੋਣੀਆਂ A B C, ਆਪਾਂ ਕੋਈ ਵੀ ਇੱਕ ਪੁਆਇੰਟ ਲੈ ਕੇ ਚੱਲਾਂਗੇ। ਪੁਆਇੰਟ ਤੋਂ ਆਪਾਂ ਐਕਟੀਵਿਟੀਜ਼ 3 ਐਕਟੀਵਿਟੀ ਸਟਾਰਟ ਕਰਾਂਗੇ A B C। ਠੀਕ ਹੈ, A B C। ਹੁਣ A B C ਐਕਟੀਵਿਟੀਜ਼ ਲਿੱਤੀਆਂ। ਐਕਟੀਵਿਟੀ ਹੁਣ A B C ਐਕਟੀਵਿਟੀ ਮੀਨਸ ਕਿ A ਐਕਟੀਵਿਟੀ ਤੋਂ ਬਾਅਦ ਕਿਹੜੀ ਪਰਫੋਰਮ ਹੋਣੀ ਹੈ D ਐਕਟੀਵਿਟੀ। ਆਪਾਂ D ਐਕਟੀਵਿਟੀ ਲੈ ਲਈਏ। B ਐਕਟੀਵਿਟੀ ਤੋਂ ਬਾਅਦ ਕਿਹੜੀ ਪਰਫੋਰਮ ਹੋਣੀ ਹੈ E ਐਕਟੀਵਿਟੀ। ਠੀਕ ਹੈ, E ਐਕਟੀਵਿਟੀ ਲੈ ਲਈਏ। ਔਰ C ਤੋਂ ਬਾਅਦ ਕਿਹੜੀ ਪਰਫੋਰਮ ਹੋਣੀ ਹੈ G ਐਕਟੀਵਿਟੀ। ਹੁਣ ਦੇਖੋ ਇਹ ਐਕਟੀਵਿਟੀਜ਼ ਉੱਪਰ ਪਰਫੋਰਮ ਹੋਣੀ ਹੈ, ਪਰ ਇਹਦੇ ਵਿੱਚ ਇੱਕ ਤੁਸੀਂ ਚੀਜ਼ ਨੋਟ ਕੀਤੀ ਹੈ। ਇਹ ਚੀਜ਼ ਨੋਟ ਕਰੋ ਕਿ ਐਕਟੀਵਿਟੀ ਦਾ ਇੱਕ ਮੀਨਿੰਗ ਨਹੀਂ ਬਣਦਾ ਪਿਆ। ਠੀਕ ਹੈ, ਹੁਣ ਐਕਟੀਵਿਟੀ ਦਾ ਮੀਨਿੰਗ ਕਿਸ ਤਰ੍ਹਾਂ ਬਣਾਉਣਾ ਹੈ, ਤੁਸੀਂ ਕੀ ਕਰੋ, ਇਹ ਐਕਟੀਵਿਟੀ ਇੱਕੋ ਪੁਆਇੰਟ 'ਤੇ ਖਤਮ ਹੋਣੀਆਂ ਚਾਹੀਦੀਆਂ। ਜਿਵੇਂ ਸਪੋਜ਼ ਮੰਨ ਲਓ ਆਪਾਂ A ਐਕਟੀਵਿਟੀ ਲਿੱਤੀ ਹੈ, B ਐਕਟੀਵਿਟੀ ਲਿੱਤੀ ਹੈ, C ਐਕਟੀਵਿਟੀ ਲਿੱਤੀ A B C। ਹੁਣ D ਐਕਟੀਵਿਟੀ ਆਪਾਂ ਇੱਕ ਪੁਆਇੰਟ ਲੈ ਕੇ, 3 ਪੁਆਇੰਟ ਦਾ ਕੋਈ ਮੀਨਿੰਗ ਨਹੀਂ ਬਣਦਾ ਪਿਆ। ਇਹ ਤਾਂ ਆਪਾਂ ਕਹਿ ਲਈ D, ਇਹ ਪੁਆਇੰਟ ਲੈ ਲਈਏ ਕਾਮਨ D ਐਕਟੀਵਿਟੀ E ਐਕਟੀਵਿਟੀ ਕਿ ਇੱਕ ਪੁਆਇੰਟ 'ਤੇ ਖਤਮ ਹੋਣੀ ਹੈ। ਨੈਟਵਰਕਿੰਗ ਦਾ ਆਪਾਂ ਮੇਨ ਪਰਪਸ ਇਹ ਲੱਗਿਆ ਕਿ ਐਕਟੀਵਿਟੀ ਵਿੱਚ ਰਿਲੇਸ਼ਨ ਬਣਾਉਣਾ। ਹੁਣ ਐਕਟੀਵਿਟੀ ਐਕਟੀਵਿਟੀ 'ਚ ਰਿਲੇਸ਼ਨ ਕੋਈ ਨਹੀਂ ਬਣਦਾ ਪਿਆ। ਸੋ ਆਪਾਂ ਇਸ ਕੀ ਕੀਤਾ, A ਨੂੰ D ਐਕਟੀਵਿਟੀ ਇੱਕ ਪੁਆਇੰਟ 'ਤੇ ਮਿਲਾਤੀ, B ਐਕਟੀਵਿਟੀ ਤੋਂ ਕਿਹੜੀ ਐਕਟੀਵਿਟੀ ਨਿਕਲਦੀ ਪਈ E ਐਕਟੀਵਿਟੀ ਨੂੰ ਇੱਕ ਪੁਆਇੰਟ 'ਤੇ ਮਿਲਾਤਾ। ਔਰ C ਐਕਟੀਵਿਟੀ ਤੋਂ ਆਪਾਂ ਨਿਕਾਲੀਏ G ਐਕਟੀਵਿਟੀ, ਉਹਨੂੰ ਵੀ ਇੱਕ ਪੁਆਇੰਟ 'ਤੇ ਆਪਾਂ ਲੈ ਕੇ ਚੱਲਦੇ ਹਾਂ। ਠੀਕ ਹੈ, ਹੁਣ ਦੇਖੋ ਇਹਦਾ ਕੋਈ ਸੈਂਸ ਬਣਦੀ ਪਈ ਹੈ, ਇਹਦੀ ਸੈਂਸ ਬਣਦੀ ਪਈ ਹੈ, ਇਹਦੀ ਕੋਈ ਸੈਂਸ ਨਹੀਂ ਬਣਦੀ ਪਈ। ਠੀਕ ਹੈ, ਸੋ ਨੈਟਵਰਕ ਆਪਾਂ ਇੱਕ ਜਿਹੜਾ ਡਰਾ ਕਰਾਂਗੇ ਹਮੇਸ਼ਾ ਉਹਦੀ ਸੈਂਸ ਬਣਨੀ ਚਾਹੀਦੀ ਹੈ।
ਹੁਣ ਦੇਖੋ ਆ ਵਿੱਚ ਏ ਤੋਂ ਡੀ ਨਿਕਾਲੀ, ਬੀ ਤੋਂ ਈ ਨਿਕਾਲੀ, ਸੀ ਤੋਂ ਜੀ ਨਿਕਾਲੀ, ਤਿੰਨੇ ਪੁਆਇੰਟ ਅਲੱਗ ਅਲੱਗ ਹੈ। ਇਹਨਾਂ ਵਿੱਚ ਕੋਆਰਡੀਨੇਸ਼ਨ ਨਹੀਂ, ਕੋਈ ਨਹੀਂ ਬਣਨਾ ਕੋਆਰਡੀਨੇਸ਼ਨ, ਕੋਆਰਡੀਨੇਸ਼ਨ ਇਹਨਾਂ ਵਿੱਚ ਬਣ ਰਿਹਾ। ਠੀਕ ਹੈ, ਹੁਣ ਇਹ ਪੁਆਇੰਟਸ ਨੂੰ ਆਪਾਂ ਨਾਮ ਦੇ ਦਿੰਦੇ 1 2 3 4 5। ਠੀਕ ਹੈ, ਜਿਹੜੀ ਐਕਟੀਵਿਟੀ ਏ ਪਰਫੋਰਮ ਹੋਈ ਹੈ 1 2 2, ਜਿਹੜੀ ਬੀ ਐਕਟੀਵਿਟੀ 1 ਤੋਂ 3, ਜਿਹੜੀ ਸੀ ਹੋਈ ਹੈ 1 ਤੋਂ 4, ਜਿਹੜੀ ਡੀ ਹੋਈ ਹੈ 2 ਤੋਂ 5, ਈ ਹੋਈ ਹੈ 3 ਤੋਂ 5, 4 ਹੋਈ ਹੈ ਜੀ ਹੋਈ ਹੈ 4 ਤੋਂ 5। ਠੀਕ ਹੈ, ਇਹ ਐਕਟੀਵਿਟੀਜ਼ ਹੋ ਗਈਆਂ। ਹੁਣ ਆਪਾਂ ਜਿਹੜਾ ਪੁਆਇੰਟ ਕਰਾਂਗੇ ਇਵੈਂਟਸ ਆ, ਜਿਹੜਾ ਆਪਾਂ ਇੱਥੇ ਕਿਹਾ ਹੈ ਕਿ ਇਵੈਂਟਸ। ਹੁਣ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਐਕਟੀਵਿਟੀਜ਼। ਹੁਣ ਇਵੈਂਟਸ ਦਾ ਪੁਆਇੰਟ ਕਿਸ ਤਰ੍ਹਾਂ ਲੈ ਕੇ ਚੱਲਾਂਗੇ, ਇਵੈਂਟਸ ਕਿਹਨੂੰ ਕਹਿੰਦੇ ਆ। ਠੀਕ ਹੈ, ਇਵੈਂਟਸ, ਇਹ ਚੀਜ਼ ਆਪਾਂ ਐਕਟੀਵਿਟੀ ਲਿੱਤੀ ਹੈ, ਇਹਨੂੰ ਐਕਟੀਵਿਟੀ ਕਹਿਣਾ। ਹੁਣ ਇਹ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜਾ ਐਕਟੀਵਿਟੀ ਇੱਕ ਪੁਆਇੰਟ ਤੋਂ ਸਟਾਰਟ ਹੋਣੀ ਚਾਹੀਦੀ ਹੈ। ਸਪੋਜ਼ ਮੰਨ ਲਓ ਇਹ ਆਪਾਂ ਲਿਖ ਲੈਣੇ ਏ ਇਵੈਂਟ। ਠੀਕ ਹੈ, ਹੁਣ ਇਹਨੂੰ ਤਾਂ ਆਪਾਂ ਐਕਟੀਵਿਟੀ ਲਵਾਂ, ਇਵੈਂਟ ਕੀ ਲਵਾਂਗੇ, ਇਵੈਂਟ ਆਪਾਂ ਇਹ ਚੀਜ਼ ਨੂੰ ਲੈ ਕੇ ਚੱਲਾਂਗੇ। ਠੀਕ ਹੈ, ਇਵੈਂਟ। ਠੀਕ ਹੈ, ਇਹ ਇਵੈਂਟ ਆ ਜਾਏਗਾ, ਇਹਨੂੰ ਇਵੈਂਟ ਇੱਕ ਪੁਆਇੰਟ ਲੈ ਕੇ ਚੱਲਾਂਗੇ। ਸੋ ਇਵੈਂਟ ਦੇ ਕੇਸ ਵਿੱਚ ਆਪਾਂ ਪੜ੍ਹਾਂਗੇ ਇਵੈਂਟ ਕੀ ਹੈ। ਸੋ ਇਵੈਂਟ ਦੇਖੀਏ, ਆਪਾਂ ਇਵੈਂਟ ਕਰੀਏ। ਸੋ ਸਾਡੇ ਕੋਲ ਇੱਕ ਨੈਟਵਰਕ ਆਪਾਂ ਲੈ ਕੇ ਚੱਲਾਂਗੇ, ਜਿਵੇਂ ਸਪੋਜ਼ ਮੰਨ ਲਓ ਬਿਗਨਿੰਗ ਇਵੈਂਟ 1, ਐਂਡਿੰਗ ਇਵੈਂਟ 2। ਠੀਕ ਹੈ, ਫਿਰ 1 ਤੋਂ 3, 2 ਤੋਂ 4, ਐਗਜ਼ਾਮਪਲ ਲੈ ਕੇ ਜਾ ਰਹੀ ਹਾਂ ਮੈਂ। ठीक है, 2 तो 4, 3 तो 4, 3 तो 5 एंड 3 4 तो 6, 5 तो 6। ठीक है, इवेंट है। ਹੁਣ ਇਹਨੂੰ ਡਰੋ ਕਿਸ ਤਰ੍ਹਾਂ ਕਰਨਾ। ਠੀਕ ਹੈ, ਹੁਣ ਦੇਖੋ ਡਰੋ ਕਰਾਂਗੇ। ਪਹਿਲੇ ਇਹਨੂੰ ਆਪਾਂ ਨਾਂ ਦੇ ਦੀ, ਇਹ ਤਾਂ ਇਵੈਂਟ ਆ ਗਿਆ, ਇਹ ਬਿਗਨਿੰਗ ਇਵੈਂਟ ਆ ਗਿਆ, ਇਹ ਐਂਡਿੰਗ ਇਵੈਂਟ ਆ ਗਿਆ। ਠੀਕ ਹੈ, ਹੁਣ ਇਹਨਾਂ ਤੋਂ ਇੱਕ ਕਿਸ ਤਰ੍ਹਾਂ ਚੱਲਣਾ ਦੇਖੋ, ਡਰੋ ਕਰਕੇ ਦੱਸਦੀ ਹਾਂ। 1 ਤੋਂ 2 ਇਵੈਂਟ ਲਿੱਤਾ, 1 ਤੋਂ 2, 2 ਤੋਂ ਕਿਹੜਾ 1 ਤੋਂ 3 ਇਵੈਂਟ ਲਿੱਤਾ, 1 ਤੋਂ 3 ਇਵੈਂਟ ਲਿੱਤਾ, 2 ਤੋਂ 4। ਠੀਕ ਹੈ, 3 ਤੋਂ 4 ਮਿਸ ਕੀ ਇਵੈਂਟ ਆ ਗਿਆ, 3 ਤੋਂ 4, 3 ਤੋਂ 5, 3 ਤੋਂ 5 ਇੱਕ ਇਵੈਂਟ ਹੋਰ ਨਿਕਲਣਾ, 3 ਤੋਂ 5, 4 ਤੋਂ 6 4 ਹੈ, 4 ਤੋਂ 6, 5 ਤੋਂ 6 ਇਹ ਆ ਗਿਆ। ਹੁਣ ਤੁਸੀਂ ਇਹਦੇ ਵਿੱਚ ਇੱਕ ਚੀਜ਼ ਨੋਟ ਕੀਤੀ, ਇਹਨਾਂ ਦਾ ਇੱਕ ਰਿਲੇਸ਼ਨ ਬਣਦਾ ਪਿਆ, ਇੱਕ ਪੁਆਇੰਟ ਤੋਂ ਸਟਾਰਟ, ਇੱਕ ਪੁਆਇੰਟ 'ਤੇ ਖਤਮ ਹੋਇਆ। ਠੀਕ ਹੈ, ਹੁਣ ਇਹ ਜਿਹੜੀ ਹੈ ਇਹਨੂੰ ਐਕਟੀਵਿਟੀ ਆਪਾਂ ਨਾਮ ਦੇ ਦਿੰਦੇ ਹਾਂ, ਇਹਨੂੰ ਐਕਟੀਵਿਟੀ ਦੇ 1 ਤੋਂ 2 ਏ ਦੇ ਦਿੰਦੇ ਹਾਂ, 1 ਤੋਂ 3 ਜਿਹੜੀ ਐਕਟੀਵਿਟੀ ਨਿਕਲੀ ਉਹਨੂੰ ਬੀ ਨਾਮ ਦੇ ਦਿੰਦੇ ਹਾਂ, ਜਿਹੜੀ ਉਸ ਤੋਂ ਬਾਅਦ 2 ਤੋਂ 4 ਆਈ ਇਹਨੂੰ ਸੀ ਦੇ ਦਿੰਦੇ ਹਾਂ, ਇਹਨੂੰ ਡੀ ਦੇ ਦਿੰਦੇ ਹਾਂ, ਇਹਨੂੰ ਈ ਦੇ ਦਿੰਦੇ ਹਾਂ, ਇਹਨੂੰ ਐਫ ਦੇ ਦਿੰਦੇ, ਇਹਨੂੰ ਜੀ ਦੇ ਦਿੰਦੇ। ਠੀਕ ਹੈ, ਹੁਣ ਇੱਥੋਂ ਤੁਸੀਂ ਪਤਾ ਲੱਗ ਗਿਆ ਆ ਐਕਟੀਵਿਟੀ ਆ ਗਈ, ਆ ਇਵੈਂਟ ਆ ਗਿਆ 1 ਤੋਂ 2। ਠੀਕ ਹੈ, ਇਹ ਕਲੀਅਰ ਹੋ ਗਿਆ ਤੁਹਾਨੂੰ। ਸੋ ਇੱਕ ਹੁਣ ਆਪਾਂ ਜਿਹੜਾ ਪੁਆਇੰਟ ਭਰਾਂਗੇ ਪ੍ਰੋਸੀਡਿੰਗ ਐਕਟੀਵਿਟੀ ਔਰ ਸਕਸੀਡਿੰਗ ਐਕਟੀਵਿਟੀ। ਪ੍ਰੋਸੀਡਿੰਗ ਦਾ ਮੀਨਿੰਗ ਹੁੰਦਾ ਹੈ ਕਿ ਜਿਹੜਾ ਆਪਣਾ ਮੇਨ ਚੀਜ਼ ਕਰੰਟ ਲੈ ਕੇ ਚੱਲ ਉਹ ਤੋਂ ਪਿਛਲੀ ਐਕਟੀਵਿਟੀ। ਠੀਕ ਹੈ, ਉਹ ਤੋਂ ਆਪਾਂ ਪਿਛਲੀ ਐਕਟੀਵਿਟੀ ਲੈ ਕੇ ਚੱਲਣੀ ਹੈ। ਉਹ ਮੈਂ ਤੁਹਾਨੂੰ ਦੇਖੋ ਆਪਾਂ ਇੱਕ ਕਰਦੇ ਹਾਂ, ਕੁਐਸਚਨ ਕਰਦੇ ਹਾਂ। ਸਾਡੇ ਕੋਲ ਕੁਐਸਚਨ ਹੈਗਾ ਹੈ ਏ ਐਕਟੀਵਿਟੀ ਕੁਐਸਚਨ ਹੈ ਬੀ ਸੀ ਡੀ ਈ ਐਫ ਜੀ ਐਚ। ਉਹ ਤੋਂ ਕਿਹੜੀ ਕਿਹੜੀ ਐਕਟੀਵਿਟੀ, ਇਮੀਡੀਏਟਲੀ ਪ੍ਰੋਸੀਡਿੰਗ ਜਿਹੜੀ ਆਪਣੀ ਪ੍ਰੋਸੀਡਰ। ਠੀਕ ਹੈ, ਏ ਤੋਂ ਕੋਈ ਨਹੀਂ ਆ ਰਹੀ, ਬੀ ਤੋਂ ਪ੍ਰੋਸੀਡਿੰਗ ਕੋਈ ਐਕਟੀਵਿਟੀ ਨਹੀਂ ਹੈਗੀ, ਸੀ ਤੋਂ ਈ ਆ ਰਹੀ ਹੈ, ਡੀ ਤੋਂ ਬੀ ਆ ਰਹੀ ਹੈ, ਈ ਤੋਂ ਸੀ ਡੀ ਆ ਰਹੀ ਹੈ, ਔਰ ਐਫ ਤੋਂ ਸਾਡੀ ਆ ਰਹੀ ਹੈ ਸੀ ਡੀ, ਜੀ ਤੋਂ ਆ ਰਹੀ ਸਾਡੀ ਐਫ ਈ, ਔਰ ਐਚ ਤੋਂ ਆ ਰਹੀ ਸਾਡੀ ਐਫ। ਹੁਣ ਆਪਾਂ ਇਹਨੂੰ ਪਰਫੋਰਮ ਕਰਾਂਗੇ। ਸੋ ਇਹ ਤਾਂ ਤੁਸੀਂ ਦੇਖ ਲਓ, ਇਹਨੂੰ ਪਰਫੋਰਮ ਕਰਾਂਗੇ ਕਿਸ ਤਰ੍ਹਾਂ ਪਰਫੋਰਮ ਕਰਾਂਗੇ। ਦੇਖੋ ਕੁਐਸਚਨ ਆਪਾਂ ਅੱਗੇ ਰੱਖ ਕੇ ਚੱਲਦੇ ਹਾਂ। ਏ ਐਕਟੀਵਿਟੀ, ਪਹਿਲੇ ਤਾਂ ਆਪਾਂ ਏ ਐਕਟੀਵਿਟੀ ਲਵਾਂਗੇ। ਠੀਕ ਹੈ, ਏ ਐਕਟੀਵਿਟੀ, ਹੁਣ
ਇੱਕ ਇਵੈਂਟ ਤੋਂ ਸਟਾਰਟ ਹੋਣੀ A ਐਕਟੀਵਿਟੀ, ਠੀਕ ਹੈ। ਉਸ ਤੋਂ ਬਾਅਦ ਉਹਨੇ ਕਿਹਾ B ਤੋਂ ਕੋਈ ਨਹੀਂ ਪ੍ਰੋਸੀਡਿੰਗ ਹੈਗੀ, ਇੱਕ B ਦੀ ਐਕਟੀਵਿਟੀ ਸਟਾਰਟ ਕਰ ਲੈਂਦੇ ਹਾਂ। B ਇਹਨੂੰ ਇਵੈਂਟ ਨੂੰ ਨਾਮ ਦਿੰਦੇ 1 2 3। ਨੈਕਸਟ ਉਹਨੇ ਕੀ ਕਿਹਾ C ਤੋਂ A, C ਤੋਂ A, ਇਹ ਤੋਂ ਸਾਡੀ C ਐਕਟੀਵਿਟੀ ਨਿਕਲਣੀ ਹੈ, ਠੀਕ ਹੈ। C ਉਸ ਤੋਂ ਬਾਅਦ ਉਹਨੇ ਕਿਹਾ D ਤੋਂ B ਦੀ ਪ੍ਰੋਸੀਡਿੰਗ ਕੀ ਹੈਗੀ ਆ, ਸੌਰੀ D ਕਿਹਦੀ ਪ੍ਰੋਸੀਡਿੰਗ ਹੈਗੀ ਆ B ਦੀ, ਮੀਨਸ ਕਿ ਇੱਥੋਂ ਆ D ਨਿਕਲੇਗੀ। ਹੁਣ ਆਪਾਂ ਇਹਦੀ ਜੇ ਸੈਂਸ ਬਣਾਈਏ, ਸੈਂਸ ਨਹੀਂ ਬਣਨੀ ਕਿਉਂਕਿ C D ਤੋਂ ਫਿਰ ਇੱਕ ਐਕਟੀਵਿਟੀ ਨਿਕਲਣੀ ਆ E। ਆਪਾਂ ਇਹਨੂੰ ਕਰਦੇ ਇਸ ਤਰ੍ਹਾਂ ਕਰ ਲੈਂਦੇ ਹਾਂ, C D ਤੋਂ ਵੀ ਨਿਕਲੀ ਨਾ, ਇਹਨੂੰ D, ਸੋ D ਦੀ ਪ੍ਰੋਸੀਡਿੰਗ ਆ ਗਈ B। ਉਸ ਤੋਂ ਬਾਅਦ ਉਹਨੇ ਕਿਹਾ C D ਦੀ ਪ੍ਰੋਸੀਡਿੰਗ ਲੈਣੀ ਆ E, C D ਦੀ ਪ੍ਰੋਸੀਡਿੰਗ ਆ ਗਈ ਸਾਡੇ ਕੋਲ E। ਨੈਕਸਟ ਕੀ ਕਹਿ ਰਿਹਾ C D ਦੀ ਪ੍ਰੋਸੀਡਿੰਗ ਆ ਗਈ F, ਇੱਕ ਹੋਰ ਐਕਟੀਵਿਟੀ ਨਿਕਲੀ। ਨੈਕਸਟ ਉਹ ਕਹਿ ਰਿਹਾ E ਦੀ ਮੀਨਸ ਕਿ G ਦੀ ਪ੍ਰੋਸੀਡਿੰਗ ਆ ਗਈ E, ਇੱਕ ਇੱਥੇ ਆਪਾਂ ਐਕਟੀਵਿਟੀ ਕਰ ਲਈਏ, ਇਹਨੂੰ ਨਾਮ ਦੇ ਲਈਏ G, ਔਰ F ਦੀ ਪ੍ਰੋਸੀਡਿੰਗ ਆ ਗਈ H, ਸੌਰੀ H ਦੀ ਪ੍ਰੋਸੀਡਿੰਗ ਆ ਗਈ F, ਮੀਨਸ ਕਿ ਇੱਥੋਂ ਐਕਟੀਵਿਟੀ ਨਿਕਲਣੀ ਆ F। ਇਹਨਾਂ ਦਾ ਲਾਸਟ ਘਰ ਕੋਲ ਕੋਈ ਹੋਰ ਐਕਟੀਵਿਟੀ ਨਹੀਂ ਹੈਗੀ, ਇਹਨਾਂ ਦੀ ਇੱਕ ਪੁਆਇੰਟ 'ਤੇ ਆਪਾਂ ਜੋੜਨਾ, ਇੰਟਰ ਰਿਲੇਸ਼ਨ ਬਣਾਉਣਾ, ਠੀਕ ਹੈ। ਇਹ ਐਕਟੀਵਿਟੀ ਸਾਡੇ ਕੋਲ ਕਿਹੜੀ ਆਈ ਹੈ H। ਇਹਨਾਂ ਪੁਆਇੰਟਸ ਬਣਾ ਦੇ ਲਈਏ, ਇਹਨੂੰ ਆਪਾਂ ਦਿੱਤਾ ਸੀ 3, ਇੱਥੇ ਆ ਗਿਆ 4। ਉਸ ਤੋਂ ਬਾਅਦ ਆਪਾਂ ਜਿਹੜੀ ਐਕਟੀਵਿਟੀ ਹੈ ਪਰਫੋਰਮ 5 6 ਲਾਸਟ ਐਕਟੀਵਿਟੀ 7, ਇਹ ਸਾਡੇ ਕੋਲ ਨੈਟਵਰਕ ਡਰਾ ਹੋ ਗਿਆ, ਠੀਕ ਹੈ। ਇਸ ਤਰ੍ਹਾਂ ਤੁਸੀਂ ਆਪਣੀ ਸਮ ਦੀ ਪ੍ਰੈਕਟਿਸ ਕਰੋ ਔਰ ਤੁਹਾਡੀ ਜਿਹੜੀ ਆ ਸਮ ਸੋਲਵ ਹੋ ਜਾਣਗੇ। ਅਗਲਾ ਪੁਆਇੰਟ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ।